ਜਨ ਕੈ ਸੰਗ ਚਿਤ ਆਵੈ ਨਾਉ। ਆਪ ਮੁਕਤ ਮੁਕਤ ਕਰੈ ਸੰਸਾਰ। ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਇ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ। ਹੋਵੈ ਸਿਫਤ ਖਸਮ ਦੀ ਨੂਰ ਅਰਸੋ ਕੁਤ ਹੋ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਖਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾ। ਆਗੈ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ। ਆਗੈ ਸੁਖ ਮੇਰੇ ਮੀਤਾ ਪਾਛੈ ਆਨੰਦ ਪ੍ਰਭ ਕੀਤਾ। ਪਰਮੇਸ਼ਰ ਬਣਤ ਬਣਾਈ ਫਿਰ ਡੋਲਤ ਕਤਹੂ ਨਾਹੀ। ਸਾਚੇ ਸਾਹਿਬ ਸਿਓ ਮਨ ਮਾਨਿਆ ਹਰ ਸਰਬ ਨਿਰੰਤਰ ਜਾਣਿਆ। ਰਹਾਉ ਸਭ ਜੀਅ ਤੇਰੇ ਦਇਆਲਾ ਆਪਣੇ ਭਗਤ ਕਰਹਿ ਪ੍ਰਤਿਪਾਲਾ। ਅਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਧਿਆਈ। ਸਭ ਜੀਅ ਤੇਰੇ ਦਇਆਲਾ ਆਪਣੇ ਭਗਤ ਕਰਹਿ ਪ੍ਰਤਿਪਾਲਾ। ਅਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਧਿਆਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੂਕ ਉਚਰਹਿ ਯੋ ਕਾਲ ਕਿਰਪਾ ਕਰਾਈ। ਕਹਾ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲੇਹੁ ਤੁਮ ਕਥਾ ਸੁਧਾਰੀ। ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਰੂਪ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ ਵੱਡਿਆਂ ਭਾਗਾਂ ਵਾਲੇ ਹੋ, ਜੋ ਨਿਤ ਦੀ ਮਰਿਆਦਾ ਮੁਤਾਬਕ ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕਰਕੇ ਆਪਣੇ ਜੀਵਨ ਨੂੰ ਸਫਲਾ ਸੁਕਾਰਥਾ ਬਣਾਉਣਾ ਕਰ ਰਹੇ ਹੋ। ਗੁਰੂ ਮਹਾਰਾਜ ਜੀਆਂ ਦੀ ਕਿਰਪਾ ਸਦਕਾ ਹੁਣ ਤੱਕ ਦੇ ਦੀਵਾਨਾਂ ਦੀ ਨਿਰਵਿਘਨਤਾ ਸਹਿਤ ਸੰਪੂਰਨਤਾ ਹੀ ਹੋਣਾ ਕੀਤੇ ਨੇ। ਤਾਂ ਹੁਣ ਸਮਾਂ ਹੈ ਗੁਰਸੰਗਤ ਜੀ
ਜੋ ਮਹਾਰਾਜ ਪਹਿਲੇ ਪਾਤਸ਼ਾਹ ਜੀਆਂ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਜੋ ਲੜੀਵਾਰ ਸ੍ਰੀ ਜਪਜੀ ਸਾਹਿਬ ਜੀਆਂ ਦੇ ਵਿਚਾਰ ਚੱਲਣਾ ਕਰ ਰਹੇ ਨੇ, ਤਿੰਨਾਂ ਦੀ ਵਿਚਾਰ ਦੇ ਨਾਲ ਜੁੜਨ ਦਾ ਸਮਾਂ ਹੈ। ਚੱਲਦੇ ਪ੍ਰਸੰਗਾਂ ਦੇ ਪਿਛਲੇ ਦੀਵਾਨਾਂ ਵਿੱਚ ਆਪ ਸਮੂਹ ਸੰਗਤਾਂ ਨੇ ਗੁਰੂ ਮਹਾਰਾਜ ਜੀਆਂ ਦੀ ਕਿਰਪਾ ਸਦਕਾ ਸਰਵਣ ਕਰਨਾ ਕੀਤਾ, ਤਾਂ ਮਹਾਰਾਜ ਆਖਣਾ ਕਰਦੇ ਨੇ ਕਿ ਇੱਕ ਨਾਮ ਦੀ ਭੁੱਖ ਜੀਵ ਨੂੰ ਲੱਗੀ ਹੋਣੀ ਚਾਹੀਦੀ ਹੈ। ਭੁੱਖਿਆਂ ਰਹਿ ਕਰਕੇ ਭੁੱਖ ਨਹੀਂ ਮਿਟਦੀ, ਤ੍ਰਿਸ਼ਨਾ ਦੀ, ਈਰਖਾ ਦੀ। ਉਹ ਗੁਰੂ ਜਿਹਨੂੰ ਮਹਾਰਾਜ ਨੇ ਕਿਹਾ ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚਲੀ ਹੈ ਦੁਖ। ਜਿਹਨੂੰ ਉਸ ਸੱਚੇ ਵਾਹਿਗੁਰੂ ਦੇ ਨਾਮ ਦੀ ਭੁੱਖ ਲੱਗ ਜਾਵੇ ਤਾਂ ਉਹ ਸੰਸਾਰ ਦੇ ਕਿਸੇ ਵੀ ਪ੍ਰਕਾਰ ਦੇ ਦੁੱਖ ਹੋਣ ਉਹ ਝੱਲ ਲੈਂਦੇ ਨੇ। ਤਤੀ ਤਵੀ ਤੇ ਵੀ ਬੈਠਣਾ ਹੋਵੇ ਤੇ ਤਾਂ ਵੀ ਉਹ ਬਚਨ ਉਚਾਰਨ ਕਰਨਾ ਕਰਦੇ, ਤੇਰਾ ਕੀਆ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੈ। ਤਾਂ ਉਹ ਨਾਮ ਦੀ ਭੁੱਖ ਕਰਕੇ ਸੀ। ਭਾਵੇਂ ਲਾਲ ਗੁਰਸੰਗਤ ਜੀ ਚਮਕੌਰ ਸਾਹਿਬ ਜੀ ਦੀ ਜੰਗ ਵਿੱਚ ਸ਼ਹੀਦ ਹੋ ਜਾਣ, ਭਾਵੇਂ ਸਰਹੰਦ ਦੀਆਂ ਕੰਧਾਂ ਦੇ ਵਿੱਚ ਚਿਣੇ ਜਾਣ, ਤਾਂ ਵੀ ਉਹ ਸ਼ੁਕਰ ਹੀ ਮਨਾਉਣਾ ਕਰਦੇ, ਪਰਮੇਸ਼ਰ ਨਾਲ ਗਿਲਾ ਨਹੀਂ ਕਰਦੇ। ਕਿਉਂਕਿ ਭੁੱਖ ਨਾਮ ਦੀ ਲੱਗੀ ਹੈ, ਭੁੱਖ ਮਿਲਾਪ ਦੀ ਲੱਗੀ। ਤਾਂ ਇਹ ਪ੍ਰਸੰਗ ਆਪ ਸਮੂਹ ਸੰਗਤਾਂ ਨੇ ਗੁਰੂ ਮਹਾਰਾਜ ਜੀਆਂ ਦੀ ਕਿਰਪਾ ਸਦਕਾ ਪਿਛਲੇ ਦੀਵਾਨਾਂ ਵਿੱਚ ਸਾਂਝੇ ਕਰਨਾ ਕੀਤੇ ਸਨ। ਆਓ ਜੋ ਮੁਬਾਰਕ ਬਚਨ ਅੱਜ ਮਹਾਰਾਜ ਬਖਸ਼ਿਸ਼ ਕਰਨਾ ਕਰ ਰਹੇ ਨੇ, ਤਿਨਾਂ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ ਜੀ। ਬਖਸ਼ੋ ਅਸੀਸ ਗਜਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਾਂ ਮਹਾਰਾਜ ਫਰਮਾਨ ਕਰਨਾ ਕਰਦੇ ਨੇ, ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ। ਇਹ ਜੋ ਸਾਰੀ ਸ੍ਰਿਸ਼ਟੀ ਦਾ ਆਕਾਰ ਹੋਇਆ, ਰਚਨਾ ਹੋਈ ਹੈ, ਇਹ ਵੀ ਉਸ ਮਾਲਕ ਜੀਆਂ ਦੇ ਹੁਕਮ ਸਦਕਾ ਹੀ ਹੋਈ ਹੈ। ਉਹ ਮਾਲਕ ਚਾਹਵੇ ਤਾਂ ਇਸ ਸ੍ਰਿਸ਼ਟੀ ਨੂੰ ਹੁਣੇ ਖਤਮ ਕਰ ਲਵੇ, ਤੇ ਜੇ ਮਾਲਕ ਚਾਹਵੇ ਤੇ ਇਸ ਸ੍ਰਿਸ਼ਟੀ ਨੂੰ ਵਧਾ ਵੀ ਦਿਆ ਕਰਦਾ। ਤਾਂ ਮਾਲਕ ਦਾ ਹੁਕਮ ਹੀ ਹੈ ਨਾ ਗੁਰਸੰਗਤ ਜੀ। ਦੇਖੋ ਇਸ ਧਰਤੀ ਦੇ ਉੱਤੇ ਭੂਚਾਲ ਵੀ ਆਇਆ ਕਰਦੇ ਨੇ, ਇਸ ਧਰਤੀ ਦੇ ਉੱਤੇ ਜ਼ਮੀਨ ਵੀ ਖਿਸਕ ਜਾਂਦੀ, ਜਿਹਨੂੰ ਆਪਾਂ ਅੰਗਰੇਜ਼ੀ ਦੇ ਵਿੱਚ ਕਹਿੰਦੇ ਲੈਂਡ ਸਲਾਈਡ ਹੋਇਆ ਕਰਦੀ। ਜਦੋਂ ਭੂਚਾਲ ਆਣਾ ਕਰਦਾ ਹੈ ਤਾਂ ਮਕਾਨਾਂ ਦੇ ਮਕਾਨ ਜਿਹੜੇ ਨੇ ਉਹ ਮਿੱਟੀ ਦੇ ਵਿੱਚ ਗਰਕ ਵੀ ਹੋ ਜਾਇਆ ਕਰਦੇ। ਇਹ ਵੀ ਮਾਲਕ ਦਾ ਹੁਕਮ ਹੈ। ਤੇ ਜਦੋਂ ਧਰਤੀ ਖਿਸਕਦੀ ਹੈ ਤੇ ਉਦੋਂ ਵੀ ਮਾਲਕ ਦਾ ਹੀ ਹੁਕਮ ਵਰਤਦਾ। ਨਵੇਂ ਨਵੇਂ ਪਹਾੜ ਵੀ ਆ ਜਾਇਆ ਕਰਦੇ ਨੇ, ਤੇ ਜਿਹੜੇ ਪਹਾੜ ਹੁੰਦੇ ਨੇ ਉਹ ਮਿੱਟੀ ਦੇ ਵਿੱਚ, ਧਰਤੀ ਦੇ ਵਿੱਚ ਗਰਕ ਵੀ ਹੋ ਜਾਇਆ ਕਰਦੇ। ਇਹ ਮਾਲਕ ਦਾ ਹੁਕਮ ਹੀ ਹੈ। ਕਦੋਂ ਕਿਸੇ ਨੂੰ ਕੋਈ ਦਾਤ ਦੇਣੀ ਹੈ, ਕਿੰਨੀ ਦੇਣੀ ਹੈ, ਕਿਵੇਂ ਦੇਣੀ ਹੈ, ਇਹ ਵੀ ਉਸ ਮਾਲਕ ਦਾ ਹੀ ਹੁਕਮ ਹੋਇਆ ਕਰਦਾ ਹੈ। ਜੀਵ ਆਪ ਨਹੀਂ ਕੁਝ ਕਰ ਸਕਦਾ। ਜਦੋਂ ਤੱਕ ਮਾਲਕ ਦਾ ਹੁਕਮ ਨਹੀਂ, ਉਦੋਂ ਤੱਕ ਕੁਝ ਨਹੀਂ ਹੋ ਸਕਦਾ। ਸੰਸਾਰ ਦੀ ਜਿੰਨੀ ਵੀ ਕਾਰ ਹੈ ਉਹ ਸਾਰੀ ਹੁਕਮ ਦੇ ਵਿੱਚ ਵੀ ਹੀ ਹੋਣਾ ਕਰ ਰਹੀ ਹੈ।
ਭੈ ਵਿੱਚ ਪਵਨ ਵਹੈ ਸਦ ਵਾਹ, ਭੈ ਵਿੱਚ ਚੱਲੇ ਲਖ ਦਰਿਆ, ਭੈ ਵਿੱਚ ਅਗਨ ਕਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਅੰਤ। ਤਾਂ ਹੁਕਮ ਦੇ ਵਿੱਚ ਹੀ ਇਹ ਜਿਹੜਾ ਸੰਸਾਰ ਹੈ ਉਹ ਵਰਤਣਾ ਕਰ ਰਿਹਾ। ਜੋ ਪਾਉਂਟਾ ਸਾਹਿਬ ਜੀਆਂ ਦੀ ਧਰਤੀ ਦੇ ਕੋਲ ਪਿੱਛੇ ਜੇ ਕਰਕੇ ਨਦੀ ਵਗਣਾ ਕਰਦੀ ਗੁਰਸੰਗਤ ਜੀ, ਤੇ ਉਹ ਨਦੀ ਜਿਹੜੀ ਸੀ ਉਹ ਨਦੀ ਬਹੁਤ ਹੀ ਸ਼ੋਰ ਮਚਾਇਆ ਕਰਦੀ ਸੀ। ਜਦੋਂ ਮਹਾਰਾਜ ਦੇ ਸਿੱਖਾਂ ਨੇ ਕਿਹਾ ਮਹਾਰਾਜ ਨਦੀ ਦਾ ਜਿਹੜਾ ਸ਼ੋਰ ਹੈ ਬੜਾ ਮੱਚਦਾ ਏ, ਜਦੋਂ ਭਗਤੀ ਕਰਨੀ ਹੁੰਦੀ ਤੇ ਫਿਰ ਸ਼ੋਰ ਬੜਾ ਪੈਦਾ ਹੁੰਦਾ। ਤੇ ਮਹਾਰਾਜ ਨੇ ਕਿਹਾ ਕਿ ਉਸ ਨਦੀ ਦੇ ਪ੍ਰਥਾਏ ਹੁਕਮ ਕਰਨਾ ਕੀਤਾ ਕਿ ਬਈ ਸ਼ਾਂਤ ਵਹਿਣਾ ਕਰੋ। ਹੁਣ ਪਾਉਂਟਾ ਸਾਹਿਬ ਜੀਆਂ ਦੀ ਹੱਦ ਤੇ ਜਿਹੜੀ ਉਹ ਨਦੀ ਹੈ ਬਿਲਕੁਲ ਸ਼ਾਂਤ ਦੇ ਨਾਲ ਵਹਿਣਾ ਕਰਦੀ ਹੈ, ਕਿਉਂਕਿ ਗੁਰੂ ਮਹਾਰਾਜ ਜੀਆਂ ਦਾ ਹੁਕਮ ਹੈ। ਪਾਉਂਟਾ ਸਾਹਿਬ ਤੋਂ ਅੱਗੇ ਜਾਣਾ ਕਰੀਏ ਫਿਰ ਉਹ ਨਦੀ ਸ਼ੋਰ ਮਚਾਉਣਾ ਕਰਦੀ। ਤਾਂ ਆਪ ਇਸ ਸੰਸਾਰ ਦਾ ਜਿਹੜਾ ਆਕਾਰ ਹੈ ਨਾ, ਉਤਪਤੀ ਹੈ, ਉਹ ਹੁਕਮ ਦੇ ਵਿੱਚ ਹੀ ਹੋਣਾ ਕਰਦੀ। ਉਹ ਹੁਕਮ ਦੇ ਵਿੱਚ ਹੀ ਹੋਣਾ ਕਰਦੀ ਹੈ। ਜਦੋਂ ਇਹ ਸ੍ਰਿਸ਼ਟੀ ਨਹੀਂ ਸੀ ਉਦੋਂ ਵੀ ਉਸ ਮਾਲਕ ਦਾ ਹੁਕਮ ਵਰਤਦਾ ਸੀ। ਜਦੋਂ ਇਹ ਸ੍ਰਿਸ਼ਟੀ ਚੱਲ ਰਹੀ ਹੈ ਉਦੋਂ ਵੀ ਉਸ ਮਾਲਕ ਦਾ ਹੁਕਮ ਵਰਤਣਾ ਹੈ, ਤੇ ਜਦੋਂ ਇਹ ਸ੍ਰਿਸ਼ਟੀ ਨਹੀਂ ਹੋਣੀ ਉਦੋਂ ਵੀ ਉਸ ਮਾਲਕ ਦੇ ਹੁਕਮ ਨਹੀਂ ਵਰਤਣਾ ਕਰਨਾ ਹੈ। ਤਾਂ ਆਪ ਮਹਾਰਾਜ ਕਹਿਣਾ ਕਰਦੇ ਜਬ ਆਕਾਰ ਕਛ ਨਾ ਦ੍ਰਿਸ਼ਟੇਤਾ, ਪਾਪ ਪੁੰਨ ਤਬ ਕਹਤੇ ਹੋਤਾ। ਤਾਂ ਜਦੋਂ ਆਕਾਰ ਨਹੀਂ ਸੀ, ਸ੍ਰਿਸ਼ਟੀ ਨਹੀਂ ਸੀ, ਉਦੋਂ ਪਾਪ ਤੇ ਪੁੰਨ ਕੌਣ ਕਹਿ ਸਕਦਾ ਹੋ ਸਕਦਾ ਹੈ। ਤਾਂ ਜਦੋਂ ਆਪ ਪਰਮੇਸ਼ਰ ਨੇ ਆਕਾਰ ਬਣਾਇਆ ਤੇ ਉਦੋਂ ਇਹ ਗੱਲ ਵੀ ਆ ਗਈ, ਜਿਉ ਜਿਉ ਤੇਰਾ ਹੁਕਮ ਤਿਵੈ ਤਿਉ ਹੋਵਣਾ, ਜਿੱਥੈ ਰਖੈ ਆਪ ਤਿੱਥੈ ਜਾਏ ਖੜੋਵਣਾ। ਜਿੱਦਾਂ ਉਸ ਮਾਲਕ ਦਾ ਹੁਕਮ ਹੈ ਇਸ ਸੰਸਾਰ ਦੇ ਵਿੱਚ ਉਸੇ ਪ੍ਰਕਾਰ ਦੇ ਨਾਲ ਹੋਣਾ ਕਰਦਾ ਹੈ। ਜੀਵ ਉਸ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਹੁਕਮਾਂ ਸਦਕਾ ਇਸ ਸੰਸਾਰ ਦੇ ਵਿੱਚ ਆਣਾ ਕਰਦਾ ਹੈ ਤੇ ਹੁਕਮਾਂ ਦੇ ਵਿੱਚ ਹੀ ਚੱਲੇ ਜਾਣਾ ਵੀ ਕਰਦਾ ਹੈ। ਤਾਂ ਸਭ ਕੁਝ ਹੁਕਮ ਦੇ ਵਿੱਚ ਹੀ ਵਰਤਣਾ ਕਰ ਰਿਹਾ ਹੈ। ਜਿਹੜਾ ਜੀਵ ਉਸ ਮਾਲਕ ਜੀਆਂ ਦੇ ਹੁਕਮ ਨੂੰ ਮੰਨਦਾ ਹੈ ਉਹਦੇ ਉੱਪਰ ਖੁਸ਼ੀਆਂ ਬਖਸ਼ਿਸ਼ਾਂ ਮਾਲਕ ਜੀ ਦੀ ਨਦਰ ਹੋ ਜਾਇਆ ਕਰਦੀ ਹੈ। ਪਰ ਜਿਹੜਾ ਹੁਕਮ ਨਹੀਂ ਮੰਨਦਾ ਉਹ ਬਖਸ਼ਿਸ਼ਾਂ ਤੋਂ ਖੁਸ਼ੀਆਂ ਤੋਂ ਖਾਲੀ ਰਹਿ ਜਾਇਆ ਕਰਦਾ ਹੈ। ਤਾਂ ਮਹਾਰਾਜ ਦੇ ਬਚਨ ਵੀ ਨੇ ਗੁਰਸੰਗਤ ਜੀ, ਜੰਮਣ ਮਰਣਾ ਹੁਕਮ ਹੈ, ਭਾਣੈ ਆਵੇ ਜਾਏ, ਖਾਣਾ ਪੀਣਾ ਪਵਿੱਤਰ ਹੈ, ਦਿੱਤੋਨ ਰਿਜਕ ਸੰਭਾਹੇ। ਤਾਂ ਹੁਕਮ ਦੇ ਵਿੱਚ ਜੀਵ ਇਸ ਸੰਸਾਰ ਵਿੱਚ ਆਉਂਦਾ ਤੇ ਹੁਕਮ ਦੇ ਵਿੱਚ ਹੀ ਚਲੇ ਜਾਇਆ ਕਰਦਾ ਹੈ। ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ। ਤਾਂ ਇਸ ਜੀਵ ਦਾ ਉਤਪਤ ਹੋਣਾ ਇਸ ਸੰਸਾਰ ਦੇ ਵਿੱਚ ਉਹ ਵੀ ਪਰਮੇਸ਼ਰ ਦੇ ਹੁਕਮਾਂ ਸਦਕਾ ਹੀ ਹੋਇਆ ਕਰਦਾ ਹੈ। ਤੇ ਹੁਕਮ ਦੇ ਵਿੱਚ ਹੀ ਇਸ ਜੀਵ ਨੂੰ ਵਡਿਆਈ ਵੀ ਮਿਲਣਾ ਕਰਦੀ। ਜੇ ਚਾਹੀਏ ਕਿ ਵੀ ਆਪਣੇ ਆਪ ਮਿਲ ਜਾਵੇ, ਵਡਿਆਈ ਨਹੀਂ ਮਿਲ ਸਕਦੀ। ਗੁਰੂ ਦਾ ਹੁਕਮ ਹੋਵੇ, ਗੁਰੂ ਦੀ ਕਿਰਪਾ ਹੋਵੇ, ਗੁਰੂ ਦੀ ਬਖਸ਼ਿਸ਼ ਹੋਵੇ ਤਾਂ ਵਡਿਆਈਆਂ ਮਿਲਦੀਆਂ ਨੇ।
नहीं तां वडियाइयां नहीं मिल सकदियां। हाँ, गुरु दा सिख होवे, नितनेम करन वाला होवे, ਅੰਮ੍ਰਿਤ ਵੇਲਾ ਸੰਭਾਲਣ ਵਾਲਾ ਹੋਵੇ, ਸਿਮਰਨ ਸੇਵਾ ਕਰਨ ਵਾਲਾ ਹੋਵੇ, ਗੁਰੂ ਦੀ ਖੁਸ਼ੀ, ਗੁਰੂ ਦੀ ਬਖਸ਼ਿਸ਼ ਮਿਲ ਜਾਇਆ ਕਰਦੀ ਹੈ। ਗੁਰੂ ਨੂੰ ਚੰਗਾ ਲੱਗ ਜਾਂਦਾ ਐਸਾ ਸਿੱਖ ਤੇ ਉਹਨੂੰ ਵਡਿਆਈ ਮਿਲ ਜਾਂਦੀ ਹੈ। ਪਰ ਨਾ ਹੁਕਮ ਮੰਨੇ ਨਾ ਕੁਝ ਕਰੇ, ਉਹਨੂੰ ਵਡਿਆਈ ਨਹੀਂ ਮਿਲ ਸਕਦੀ। ਜੇ ਸੋਚੇ ਕਿ ਬਿਨਾਂ ਕੁਝ ਕੀਤਿਆਂ ਸਭ ਕੁਝ ਮਿਲ ਜਾਵੇ, ਐਸਾ ਹੋਇਆ ਨਹੀਂ ਕਰਦਾ। ਤਾਂ ਹੁਕਮ ਨੂੰ ਮੰਨਣਾ ਕਰੀਏ। ਤਾਂ ਆਪ ਰਾਜੇ ਜਨਕ ਨੇ ਵੀ ਹੁਕਮ ਮੰਨਣਾ ਕੀਤਾ ਤੇ ਦੇਖੋ ਜਿਹੜੇ ਸਾਰੇ ਨਰਕਾਂ ਦੇ ਵਿੱਚ ਪਏ ਸਨ, ਉਹਨਾਂ ਨੂੰ ਵੀ ਛਡਾ ਕਰਕੇ ਉਹ ਸਵਰਗਪੁਰੀ ਦੇ ਵਿੱਚ ਬੈਕੁੰਠ ਧਾਮ ਦੇ ਵਿੱਚ ਲੈ ਗਿਆ। ਤਾਂ ਹੁਕਮ ਦੇ ਵਿੱਚ ਹੀ ਵਡਿਆਈਆਂ ਮਿਲਣਾ ਕਰਦੀਆਂ। ਗਿਆਨੀ ਪਿੰਦਰਪਾਲ ਸਿੰਘ ਜੀ ਵੀ ਇੱਕ ਵਾਰ ਕਥਾ ਜੀ ਦੇ ਜਾਪ ਕਰਦਿਆਂ ਹੋਇਆਂ ਆਖਣਾ ਕਰਦੇ ਸਨ ਕਿ ਨਦਰ ਉਹਦੇ ਉੱਪਰ ਹੋਇਆ ਕਰਦੀ ਹੈ ਜਿਹੜਾ ਗੁਰੂ ਦੇ ਹੁਕਮ ਨੂੰ ਮੰਨਣਾ ਕਰਦਾ ਹੈ। ਜਿਹੜੇ ਗੁਰੂ ਦੀਆਂ ਕਰਨੀਆਂ ਨੂੰ ਆਪ ਆਪਣੇ ਜੀਵਨ ਵਿੱਚ ਧਾਰਨ ਕਰਨਾ ਕਰਦੇ ਨੇ, ਉਹਨਾਂ ਉੱਪਰ ਬਖਸ਼ਿਸ਼ਾਂ ਹੋਇਆ ਕਰਦੀਆਂ, ਉਹਨਾਂ ਨੂੰ ਵਡਿਆਈਆਂ ਮਿਲਣਾ ਕਰਦੀਆਂ ਨੇ। ਪਰ ਹੁਕਮ ਨੂੰ ਮੰਨਣਾ ਬਹੁਤ ਔਖਾ ਹੋਇਆ ਕਰਦਾ ਹੈ। ਜਿਹੜਾ ਮੰਨਦਾ ਹੈ ਉਹਦਾ ਸੰਸਾਰ ਤੋਂ ਆਉਣਾ ਜਾਣਾ ਸਫਲ ਹੋ ਜਾਂਦਾ, ਆਉਣਾ ਜਾਣਾ ਉਹਦਾ ਹੋਇਆ ਨਹੀਂ ਕਰਦਾ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁਖ ਸੁਖ ਪਾਈਐ। ਹੁਕਮ ਕਰਕੇ ਹੀ ਜੀਵ ਆਪ ਕਰਮ ਕਰਨਾ ਕਰਦਾ ਹੈ। ਜਿਹੋ ਜਿਹਾ ਕਰਮ ਹੋਵੇਗਾ ਉਸੇ ਪ੍ਰਕਾਰ ਦੀ ਇਨਸਾਨ ਦੀ ਸੋਚ ਬਣੇਗੀ। ਤਾਂ ਹੁਕਮ ਕਰਕੇ ਹੀ ਜੀਵ ਉੱਤਮ ਹੋਣਾ ਕਰਦਾ ਹੈ। ਹੁਕਮ ਕਰਕੇ ਕਰਮਾਂ ਕਰਕੇ ਹੀ ਜੀਵ ਨੀਵਾਂ ਵੀ ਹੋਣਾ ਕਰਦਾ ਹੈ। ਚੰਗਾ ਕਰਮ ਕਰਨਾ ਕਰੇ ਤੇ ਚੰਗੀਆਂ ਗੱਲਾਂ ਵਡਿਆਈਆਂ ਸੁਣਨ ਨੂੰ ਮਿਲਦੀਆਂ ਨੇ। ਮੰਦਾ ਕਰਮ ਕਰਨਾ ਕਰੇ ਤਾਂ ਫੇਰ ਮੰਦੀਆਂ ਗੱਲਾਂ ਵੀ ਸੁਣਨ ਨੂੰ ਮਿਲਦੀਆਂ। ਨੀਚ ਕਰਮ ਐਸਾ ਨਾ ਕਰਨਾ ਕਰੇ। ਤਾਂ ਮਹਾਰਾਜ ਕਹਿਣਾ ਕਰਦੇ ਨੇ ਕਿ ਬਈ ਐਸਾ ਨੀਚ ਕਰਮ ਕਦੀ ਨਹੀਂ ਕਰਨਾ ਚਾਹੀਦਾ, ਪਰ ਇਨਸਾਨ ਨੂੰ ਨੀਚ ਕਰਮ ਕਰਦਾ ਹੈ। ਤਾਂ ਨਾਮ ਜਪਣ ਦਾ ਵੇਲਾ ਸੀ ਤੇ ਕਰਨਾ ਕੀ ਕੀਤਾ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸਰਣ ਪਰੇ ਕੀ ਰੱਖੋ ਸਰਮਾ। ਮਹਾਰਾਜ ਐਸੇ ਕਰਮ ਅਸੀਂ ਕਰਨਾ ਕੀਤੇ ਨਹੀਂ, ਪਰ ਆਪ ਜੀਆਂ ਦੀ ਕਿਰਪਾ ਸਦਕਾ ਅਸੀਂ ਆਪ ਜੀਆਂ ਦੀ ਸ਼ਰਨ ਵਿੱਚ ਆਏ ਹਾਂ। ਸ਼ਰਨ ਆਇਆਂ ਦੀ ਲਾਜ ਰੱਖਣਾ ਕਰੋ। ਹੁਕਮ ਲਿਖ ਦੁਖ ਸੁਖ ਪਾਈਐ। ਤਾਂ ਹੁਕਮਾਂ ਦੇ ਵਿੱਚ ਹੀ ਜੀਵ ਦੁੱਖ ਤੇ ਸੁੱਖ ਆਪਣੇ ਚੰਗੇ ਮੰਦੇ ਕਰਮਾਂ ਦੇ ਕਰਕੇ ਪ੍ਰਾਪਤ ਵੀ ਕਰਨਾ ਕਰਦਾ ਹੈ। ਚੰਗੇ ਕਰਮ ਕਰਨਾ ਕਰੀਏ ਸੁੱਖ ਝੋਲੀ ਦੇ ਵਿੱਚ ਪੈਣਗੇ, ਮਾੜੇ ਕਰਮ ਕਰਨਾ ਕਰੀਏ ਉਹ ਦੁੱਖ ਵਿੱਚ ਆ ਜਾਣਾ ਕਰਨਗੇ। ਤਾਂ ਜਿਹੜਾ ਕਰਮਾਂ ਦਾ ਖੇਡ ਹੋਇਆ ਕਰਦਾ ਹੈ ਨਾ ਗੁਰਸੰਗਤ ਜੀ, ਕਿਸੇ ਨਾਲ ਮਾੜਾ ਕਰਨਾ ਕਰੀਏ ਤੇ ਕਰਮਾਂ ਦਾ ਜਿਹੜਾ ਚੱਕਰ ਹੁੰਦਾ ਹੈ ਉਹ ਸਾਡੇ ਤੇ ਚੰਗਾ ਆ ਕਰਕੇ ਪੈਣਾ ਕਰਦਾ ਹੈ। ਪਰ ਜੇ ਕਿਸੇ ਨਾਲ ਮਾੜਾ ਕਰਨਾ ਕਰੀਏ ਤਾਂ ਫੇਰ ਉਹ ਮਾੜਾ ਕਰਮ ਦਾ ਵੀ ਚੱਕਰ ਆਪਣੇ ਉੱਪਰ ਆਣਾ ਪੈਂਦਾ ਹੈ। ਕਿਸੇ ਦਾ ਭਲਾ ਕਰਾਂਗੇ ਅਗਲਾ ਸਾਡੇ ਨਾਲ ਭਲਾ ਕਰੇਗਾ, ਪਰ ਜੇ ਕਿਸੇ ਦੂਸਰੇ ਨਾਲ ਮਾੜਾ ਕਰਨਾ ਕਰਾਂਗੇ ਉਹ ਫਿਰ ਸਮਾਂ ਪਾ ਕਰਕੇ ਸਾਡੇ ਨਾਲ ਮਾੜਾ ਕਰਨਾ ਕਰੇਗਾ। ਹਰ ਇੱਕ ਦੇ ਨਾਲ ਚੰਗਾ ਵਰਤਾਓ ਕਰਨਾ ਕਰੀਏ, ਚੰਗੇ ਕਰਮ ਕਰਨਾ ਕਰੀਏ, ਉਹ ਮਾਲਕ ਕਦੀ ਵੀ ਆਪਣਾ ਬੁਰਾ ਨਹੀਂ ਹੋਣ ਦੇਵੇਗਾ। ਗੁਰੂ ਅੱਗੇ ਵਿਸ਼ਵਾਸ ਰੱਖੀਏ, ਗੁਰੂ ਅੱਗੇ
ਭਰੋਸਾ ਰੱਖੀਏ ਤਾਂ ਉਹ ਮਾਲਕ ਕਦੀ ਵੀ ਮਾੜਾ ਨਹੀਂ ਹੋਣ ਦਿਆ ਕਰਦਾ। ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈਐ। ਤਾਂ ਇੱਕ ਜਣੇ ਜਿਹੜੇ ਨਾਮ ਜਪਦੇ ਨੇ ਉਹ ਹੁਕਮ ਨੂੰ ਮੰਨਦੇ ਨੇ ਤੇ ਉਹਨਾਂ ਨੂੰ ਬਖਸ਼ਿਸ਼ਾਂ ਪ੍ਰਾਪਤ ਹੋ ਜਾਂਦੀਆਂ ਨੇ। ਗੁਰੂ ਦੀ ਖੁਸ਼ੀ, ਗੁਰੂ ਦੀ ਕਿਰਪਾ, ਗੁਰੂ ਦੀ ਬਰਕਤ ਉਹਨਾਂ ਨੂੰ ਪ੍ਰਾਪਤ ਹੋ ਜਾਇਆ ਕਰਦੀ ਹੈ। ਤੇ ਮੰਦੇ ਕਰਮਾਂ ਕਰਕੇ ਇੱਕ ਐਸੇ ਵੀ ਹੋਇਆ ਕਰਦੇ ਜਿਨ੍ਹਾਂ ਨੂੰ 4 ਜੁਗਾਂ ਦੇ ਵਿੱਚ 84 ਲੱਖ ਜੂਨਾਂ ਦੇ ਵਿੱਚ ਭਵਾਇਆ ਵੀ ਜਾਂਦਾ। ਸਾਹਮਣੇ ਦੀਵਾ ਹੋਵੇ ਤੇ ਇਨਸਾਨ ਨਾ ਪਛਾਣ ਸਕੇ ਗੁਰਸੰਗਤ ਜੀ, ਉਸ ਤੋਂ ਵੱਡਾ ਮੰਦਭਾਗਾ ਮਨੁੱਖ ਕੋਈ ਨਹੀਂ ਹੋ ਸਕਦਾ। ਤਾਂ ਗੁਰੂ ਦੇ ਅਧੀਨ ਜੋ ਰਹਿਣਾ ਕਰਦਾ ਉਹਨੂੰ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਨੇ, ਤੇ ਜਿਹੜਾ ਗੁਰੂ ਤੋਂ ਦੂਰ ਰਹਿਣਾ ਕਰਦਾ ਹੈ ਤਾਂ ਉਹ 84 ਲੱਖ ਜੂਨਾਂ ਦੇ ਵਿੱਚ ਭਵਾਇਆ ਜਾਂਦਾ ਹੈ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਹੁਕਮ ਦੇ ਅੰਦਰ ਹੀ ਜੀਵ ਜੰਮਦਾ, ਹੁਕਮ ਦੇ ਅੰਦਰ ਹੀ ਜੀਵ ਮਰਦਾ ਹੈ। ਬਾਹਰ ਹੁਕਮ ਤੋਂ ਕੋਈ ਹੈ ਨਹੀਂ। ਸੰਸਾਰ ਦੀ ਸਾਰੀ ਜੋ ਕਾਰ ਹੈ ਉਹ ਗੁਰੂ ਦੇ ਹੁਕਮਾਂ ਦੇ ਵਿੱਚ ਹੀ ਹੋਣਾ ਕਰ ਰਹੀ ਹੈ, ਗੁਰੂ ਦੇ ਬਚਨਾਂ ਮੁਤਾਬਕ ਹੀ ਹੋਣਾ ਕਰ ਰਹੀ ਹੈ। ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹੈ ਨਾ ਕੋਏ। ਮਹਾਰਾਜ ਪੌੜੀ ਦੀ ਸੰਪੂਰਨਤਾਈ ਕਰਦਿਆਂ ਹੋਇਆਂ ਆਖਣਾ ਕਰਦੇ ਨੇ, ਜੇ ਕੋਈ ਹੁਕਮ ਨੂੰ ਬੁੱਝ ਲੈਂਦਾ, ਜੇ ਕੋਈ ਹੁਕਮ ਤੇ ਚੱਲਣਾ ਕਰਦਾ ਏ ਤਾਂ ਫੇਰ ਉਹਨੂੰ ਹਉਮੈ ਨਹੀਂ ਕਿਹਾ ਜਾਂਦਾ, ਉਹਦੇ ਤੇ ਤਾਂ ਗੁਰੂ ਦੀ ਕਿਰਪਾ ਹੋਇਆ ਕਰਦੀ। ਗੁਰੂ ਦੇ ਹੁਕਮ ਨੂੰ ਮੰਨਣਾ ਕਰੀਏ। ਗੁਰਸੰਗਤ ਜੀ ਰੋਜ਼ ਅਸੀਂ ਗੁਰੂ ਮਹਾਰਾਜ ਜੀਆਂ ਦਾ ਹੁਕਮ ਸੁਣਨਾ ਕਰਦੇ ਹਾਂ। ਸੁਣ ਕਰਕੇ ਮੰਨਣਾ ਵੀ ਜ਼ਰੂਰੀ ਹੈ। ਰੋਜ਼ ਮਹਾਰਾਜ ਜੀਆਂ ਦੇ ਹੁਕਮ ਆਇਆ ਕਰਦੇ। ਅੱਜ ਵੀ ਹੁਕਮਨਾਮੇ ਸਾਹਿਬ ਆਏ ਨੇ। ਸੋਰਠ ਮਹੱਲਾ 5, ਆਗੇ ਸੁਖ ਮੇਰੇ ਮੀਤਾ, ਪਾਛੈ ਆਨੰਦ ਪ੍ਰਭ ਕੀਤਾ। ਪਰਮੇਸ਼ਰ ਬਣਤ ਬਣਾਈ, ਫਿਰ ਡੋਲਤ ਕਤਹੂ ਨਾਹੀ। ਐਸੀ ਸੋਚ ਨਾ ਰੱਖੀਏ ਕਿ ਬਈ ਕੱਲ ਵੀ ਹੁਕਮਨਾਮੇ ਸਾਹਿਬ ਆਏ ਸਨ, ਅੱਜ ਵੀ ਉਹੀ ਆਏ ਨੇ। ਤਾਂ ਹੁਕਮਨਾਮਾ ਸਾਹਿਬ ਲੈਣ ਦਾ ਇੱਕ ਅਰਥ ਹੋਇਆ ਕਰਦਾ ਹੈ, ਜੋ ਹੁਕਮ ਆਇਆ ਉਹਦੇ ਮੁਤਾਬਕ ਸਾਰਾ ਜੀਵਨ, ਸਾਰਾ ਦਿਨ ਬਤੀਤ ਕਰਨਾ ਹੈ। ਤੇ ਰਾਤ ਨੂੰ ਹੁਕਮਨਾਮਾ ਸਾਹਿਬ ਲੈਣ ਦਾ ਅਰਥ ਹੋਇਆ ਕਰਦਾ ਹੈ, ਜੋ ਹੁਕਮ ਮਹਾਰਾਜ ਜੀਆਂ ਦਾ ਆਇਆ ਉਹਦੇ ਮੁਤਾਬਕ ਸਾਰੀ ਰਾਤ ਬਤੀਤ ਕਰਨੀ ਹੈ। ਤਾਂ ਜੋ ਹੁਕਮ ਨੂੰ ਬੁੱਝ ਲੈਂਦਾ, ਹੁਕਮ ਤੇ ਚੱਲ ਲੈਂਦਾ ਏ, ਉਹਨੂੰ ਹੰਕਾਰ ਨਹੀਂ ਆਇਆ ਕਰਦਾ। ਉਹਦੇ ਉੱਪਰ ਗੁਰੂ ਦੀ ਕਿਰਪਾ, ਗੁਰੂ ਦੀ ਬਖਸ਼ਿਸ਼, ਗੁਰੂ ਦੀ ਮਿਹਰ ਵਰਤ ਜਾਇਆ ਕਰਦੀ ਏ। ਫਿਰ ਉਹਨੂੰ ਕੋਈ ਹਉਮੈ ਨਹੀਂ ਕਹਿ ਸਕਦਾ। ਤਾਂ ਗੁਰਸੰਗਤ ਜੀ ਇਤਨੀਆਂ ਕੁ ਬੇਨਤੀਆਂ ਆਪ ਸਮੂਹ ਸੰਗਤਾਂ ਨੇ ਪ੍ਰਵਾਨ ਕਰਨੀਆਂ। ਕੋਟਾਨ ਕੋਟ ਸ਼ੁਕਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ, ਆਪ ਸਮੂਹ ਸੰਗਤਾਂ ਦਾ, ਜਿਨ੍ਹਾਂ ਨੇ ਦਾਸਾਂ ਨੂੰ ਨਿਵਾਜਣਾ ਕੀਤਾ ਹੈ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਲੇਖੈ ਕਥੈ ਨਾ ਛੁਟੀਐ। ਖਿਨ ਖਿਨ ਭੂਲਨ ਹਾਰ, ਬਖਸ਼ਣ ਹਾਰ ਬਖਸ਼ ਲੈ। ਨਾਨਕ ਪਾਰ ਉਤਾਰ। ਜੀਆਂ ਦੇ ਮਹਾਵਾਕਾਂ ਅਨੁਸਾਰ ਇਧਰ ਹੀ ਸਮਾਪਤੀ ਹੈ। ਕੋਟਾਨ ਕੋਟ ਸ਼ੁਕਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ, ਆਪ ਸਮੂਹ ਸੰਗਤਾਂ ਦਾ, ਜਿਨ੍ਹਾਂ ਨੇ ਦਾਸਾਂ ਨੂੰ ਨਿਵਾਜਣਾ ਕੀਤਾ ਹੈ। ਅੰਤਮ 2 ਪੰਕਤੀਆਂ ਦੇ ਜਾਪ ਕਰਕੇ ਸਮਾਪਤੀ ਹੈ ਜੀ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁਝੈ, ਤਾਹਉ ਮੈਂ ਕਹਿ ਨਾ ਕੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ।